ਤੇ ਦੀਵਾਲੀ ਤੇ ਇਹਨਾਂ ਦੀ 30% ਇਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਇਸ ਦੀਵਾਲੀ ਤੇ। ਜਾਨੀ ਕਿ 4500 ਰੁਪਇਆ ਲਗਭਗ ਇੱਕ ਡਰਾਈਵਰ ਕੰਡਕਟਰ ਨੂੰ ਤਨਖਾਹ ਦੇ ਵਿੱਚ ਵਾਧਾ ਹੋਇਆ ਕਿ ਤੁਹਾਡੇ ਕਰਕੇ 7 ਦਿਨਾਂ ਤੋਂ ਪੰਜਾਬ ਦੀ ਜਨਤਾ ਪਰੇਸ਼ਾਨ ਹੈ। ਅਸੀਂ ਤੁਹਾਡੀਆਂ ਤਨਖਾਹਾਂ 'ਚ ਵਾਧਾ ਕੀਤਾ, ਤੁਹਾਡੇ 5% ਇਨਕਰੀਮੈਂਟ ਕੀਤਾ ਮੇਰੇ ਆਉਣ ਤੋਂ ਬਾਅਦ। ਇਸ ਦੇ ਬਾਵਜੂਦ ਵੀ ਤੁਸੀਂ ਲੋਕ ਖੁਸ਼ ਨਹੀਂ ਹੋ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਸਾਰੇ ਜਾਣੇ ਸਟ੍ਰਾਈਕ ਵਾਪਸ ਲੈ ਕੇ ਵਾਪਸ ਆ ਜਾਓ। ਔਰ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਯਾਰ, ਇਹਦੇ ਵਿੱਚ ਸਰਕਾਰ ਦਾ ਕੋਈ ਕਸੂਰ ਨਹੀਂ ਹੈ। ਮਜਬੂਰਨ ਤੌਰ ਤੇ ਸਾਨੂੰ ਕੋਈ ਸਖਤ ਕਦਮ ਚੁੱਕਣਾ ਪਏਗਾ ਔਰ ਫਿਰ ਤੁਸੀਂ ਸਾਰੀ ਉਮਰ ਇਹ ਗੱਲ ਕਹੋਗੇ ਕਿ ਇਹ ਸਖਤ ਕਦਮ ਚੁੱਕਿਆ ਗਿਆ। ਸੋ ਮੇਰੀ ਹੱਥ ਜੋੜ ਕੇ ਤੁਹਾਨੂੰ ਭਰਾਵਾਂ ਨੂੰ ਬੇਨਤੀ ਹੈ, ਕਿਰਪਾ ਕਰਕੇ ਸਾਰੇ ਲੋਕ ਆਪਦੇ ਕੰਮਾਂ ਕਾਰਾਂ ਤੇ ਲੌਟੋ, ਵਾਪਸ ਪਹੁੰਚੋ ਤੇ ਸਰਕਾਰ ਤੁਹਾਡੇ ਬਾਰੇ ਚੰਗਾ ਹੀ ਸੋਚ ਰਹੀ ਹੈ ਔਰ ਚੰਗਾ ਹੀ ਕਰੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? उम्मीद करते हैं तुसी सब लोग ठीक ठाक होंगे और मैनू काफ़ी जड़ियाँ वीडियोज़ मिल रही हैं जिन्हां विच मैं देख रहा कि बस स्टैंड ते काफ़ी क्राउड है, लोग परेशानी हो रही है आवाजाही दे विच। मैं थोड़ियां दिक्कतां ते प्रॉब्लम समझ सकदा है और नाल ही नाल मैं आपदे भरावां नूं, साडे परिवार दे उन्हां आगू साहिबानां नूं जिन्हां ने 7 दिनां तो स्ट्राइक कीती हुई है, उन्हां नूं बेनती करांगा कि वो स्ट्राइक ते वापस आ जाण। पूरा कारण है कि इन्ना इम्तिहान भी नहीं लईदा क्योंकि जनता परेशान हो रही है और तुहाडे करके हो रही है। सो मैं ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਸਾਰੇ ਜਾਣੇ ਸਟ੍ਰਾਈਕ ਵਾਪਸ ਲੈ ਕੇ ਵਾਪਸ ਆ ਜਾਓ। ਔਰ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਯਾਰ, ਇਹਦੇ ਵਿੱਚ ਸਰਕਾਰ ਦਾ ਕੋਈ ਕਸੂਰ ਨਹੀਂ ਹੈ। ਮੈਂ ਜਿਸ ਦਿਨ ਤੋਂ ਜੁਆਇਨ ਕੀਤਾ ਹੈ ਔਰ ਦੀਵਾਲੀ ਦੇ ਮੌਕੇ ਮੈਂ ਇਹਨਾਂ ਨਾਲ ਉਦੋਂ ਪਹਿਲਾਂ ਮੀਟਿੰਗਸ ਕੀਤੀਆਂ ਤੇ ਦੀਵਾਲੀ ਤੇ ਇਹਨਾਂ ਦੀ 30% ਇਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਇਸ ਦੀਵਾਲੀ ਤੇ। ਜਾਨੀ ਕਿ 4500 ਰੁਪਇਆ ਲਗਭਗ ਇੱਕ ਡਰਾਈਵਰ ਕੰਡਕਟਰ ਨੂੰ ਤਨਖਾਹ ਦੇ ਵਿੱਚ ਵਾਧਾ ਹੋਇਆ ਔਰ 5% ਹਰ ਸਾਲ ਇਨਕਰੀਮੈਂਟ ਦੀ ਗੱਲ ਕੀਤੀ ਗਈ ਹੈ ਕਿ ਅਸੀਂ 5% ਇਹਨਾਂ ਦੀ ਹਰ ਸਾਲ ਇਨਕਰੀਮੈਂਟ ਜਿਹੜਾ ਇਹਨਾਂ ਦਾ ਲਾਇਆ ਕਰਾਂਗੇ। ਔਰ ਉਸ ਤੋਂ ਬਾਅਦ ਸਰਕਾਰ ਨੇ ਫੈਸਲਾ ਕਰ ਲਿਆ ਕਿ ਜਸਟਿਸ ਉਮਾ ਦੇਵੀ ਦੀ ਜਜਮੈਂਟ ਦੇ ਮੁਤਾਬਕ 10 ਸਾਲ ਜਿਹੜੇ ਕੰਟਰੈਕਟ ਤੇ ਹੈਗੇ ਆ ਬੰਦੇ ਸੈਂਕਸ਼ਨ ਪੋਸਟ ਦੇ ਅਗੇਂਸਟ, ਉਹਨਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਜਿਵੇਂ ਕਿ ਉਹ 36000 ਪੋਸਟ ਦਾ ਹਵਾਲਾ ਦਿੱਤਾ ਹੈ ਔਰ ਇਹ ਮੇਰੇ ਸਾਥੀ ਉਹਦੇ ਵਿੱਚੋਂ ਬੋਰਡ ਤੇ ਕਾਰਪੋਰੇਸ਼ਨਸ ਅੱਡ ਰੱਖੀਆਂ। ਹਾਲਾਂਕਿ ਜਸਟਿਸ ਉਮਾ ਦੇਵੀ ਦੀ ਜਜਮੈਂਟ ਹੈ, ਸੁਪਰੀਮ ਕੋਰਟ ਦਾ ਆਰਡਰ ਹੈ ਕਿ ਜਿਹਨੂੰ ਕੰਟਰੈਕਟ ਤੇ 10 ਸਾਲ ਹੋ ਗਏ ਹੁਣ ਉਹਨੂੰ ਹੀ ਪੱਕਾ ਕੀਤਾ ਜਾ ਸਕਦਾ ਹੈ। ਲੇਕਿਨ ਮੈਂ ਇਸ ਦੇ ਬਾਵਜੂਦ ਅੱਜ ਇਹ ਦੱਸਣਾ ਚਾਹੁੰਦਾ ਹੈ, ਕੁਝ ਲੋਕ ਆਏ ਸੀ ਮੇਰੇ ਕੋਲੇ ਤੇ ਮੈਂ ਉਹਨਾਂ ਨੂੰ ਕੱਲ ਪਰਸੋਂ ਦਿਖਾਇਆ ਵੀ ਸੀ, ਯੂਨੀਅਨ ਵਾਲਿਆਂ ਨੂੰ, ਪਨਬਸ ਦੇ ਕੁਝ ਸਾਥੀ ਸਨ। ਮੈਂ ਉਹਨਾਂ ਨੂੰ ਦਿਖਾਇਆ ਸੀ ਕਿ ਅਸੀਂ ਕੈਬਨਿਟ ਨੋਟ ਤਿਆਰ ਕੀਤਾ ਹੋਇਆ 30 ਤਰੀਕ ਦਾ। ਪਿਛਲੀ ਤੋਂ ਪਿਛਲੀ ਕੈਬਨਿਟ ਜਿਹੜੀ ਪਿਛਲੀ ਹੁਣ ਹੋਈ ਹੈ ਥੋੜੇ ਦਿਨ ਪਹਿਲਾਂ, ਉਦੋਂ ਇੱਕ ਪਹਿਲਾਂ ਹੋਈ ਸੀ 4 ਦਿਨ, ਉਦੋਂ ਕੇਵਲ ਕੈਬਨਿਟ 5-4 ਮਿੰਟਾਂ ਸੇ ਚੱਲੀ। ਚੰਨੀ ਸਾਹਿਬ ਨੂੰ ਦਿੱਲੀ ਜਾਣਾ ਪਿਆ, ਇਸ ਕਰਕੇ ਉਸ ਕੈਬਨਿਟ ਦੇ ਵਿੱਚ ਉਹ ਨੋਟ ਨਹੀਂ ਆ ਸਕਿਆ। ਮੇਰੇ ਸਾਈਨ ਉਹਦੇ ਤੇ 30 ਤਰੀਕ ਦੇ ਹੋਏ ਵੇ ਨੇ ਕਿ ਅਸੀਂ ਸੋਚਿਆ ਕਿ ਇਹ 5-5 ਸਾਲ ਵਾਲਿਆਂ ਨੂੰ ਵੀ ਪੱਕਾ ਕਰ ਦਈਏ, ਆਊਟਸੋਰਸ ਵਾਲਿਆਂ ਨੂੰ ਕੰਟਰੈਕਟ ਤੇ ਲੈ ਲਈਏ, ਕੰਟਰੈਕਟ ਵਾਲਿਆਂ ਨੂੰ ਪੱਕਾ ਕਰ ਦਈਏ। ਲੇਕਿਨ ਕੁਝ ਸਾਥੀ ਬੇਇੱਜ਼ਤ ਸਨ, ਉਹਨਾਂ ਨੇ ਮੇਰੀ ਗੱਲ, ਉਹਨਾਂ ਨੇ ਕਿਹਾ ਨਹੀਂ ਅੱਜ ਹੀ ਕੈਬਨਿਟ 'ਚ ਆਉਣਾ ਚਾਹੀਦਾ ਸੀ। ਵਿਸ਼ਵਾਸ ਹੀ ਨਹੀਂ ਕੀਤਾ ਇਸ ਗੱਲ ਦਾ। ਸੋ ਇਸ ਕਰਕੇ ਉਹ ਸਟ੍ਰਾਈਕ ਤੇ ਚਲੇ ਗਏ ਤੇ ਜਦੋਂ ਸਟ੍ਰਾਈਕ ਤੇ ਚਲੇ ਗਏ
ਤਾਂ ਫਿਰ ਉਹ ਮਤਾ ਵੀ ਨਹੀਂ ਆ ਸਕਿਆ, ਗੱਲ ਵੀ ਨਹੀਂ ਹੋ ਸਕੀ। ਫਿਰ ਉਹਨਾਂ ਦੀਆਂ ਬਹੁਤ ਸਾਰੀਆਂ ਉਹਨਾਂ ਨੇ ਆਪ ਹੀ ਹਰਕਤਾਂ ਕੀਤੀਆਂ, ਗੇਟ ਰੋਕ ਲਏ ਗਏ ਕਈ ਥਾਵਾਂ ਤੇ, ਕਈ ਥਾਵਾਂ ਤੇ ਯੂਨੀਅਨ ਵਾਲੇ ਭਰਾਵਾਂ ਦਾ ਸਹਾਰਾ ਲੈ ਲਿਆ, ਹਾਲਾਂਕਿ ਉਹ ਵੀ ਸਾਡੇ ਭਰਾ ਨੇ। ਪਰ ਮੈਂ ਉਹਨਾਂ तमाम ਲੋਕਾਂ ਨੂੰ ਕਹਿ ਰਿਹਾ ਕਿ ਤੁਹਾਡੇ ਕਰਕੇ 7 ਦਿਨਾਂ ਤੋਂ ਪੰਜਾਬ ਦੀ ਜਨਤਾ ਪਰੇਸ਼ਾਨ ਹੈ। ਅਸੀਂ ਤੁਹਾਡੀਆਂ ਤਨਖਾਹਾਂ 'ਚ ਵਾਧਾ ਕੀਤਾ, ਤੁਹਾਡੇ 5% ਇਨਕਰੀਮੈਂਟ ਕੀਤਾ ਮੇਰੇ ਆਉਣ ਤੋਂ ਬਾਅਦ। ਇਸ ਦੇ ਬਾਵਜੂਦ ਵੀ ਤੁਸੀਂ ਲੋਕ ਖੁਸ਼ ਨਹੀਂ ਹੋ ਤੇ ਟਰਾਈ ਕਰਾਂਗੇ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਅਕੋਮੋਡੇਟ ਕਰਨ ਦੀ। ਮੈਂ ਤੁਹਾਨੂੰ ਆਪਣਾ ਹਮੇਸ਼ਾ ਮੈਂਬਰ ਸਮਝੇ, ਪਰ ਅਗਰ ਇਸ ਦੇ ਬਾਵਜੂਦ ਵੀ ਬੇਜਿੱਦ ਹੋ ਤਾਂ ਸਾਨੂੰ ਕੋਈ ਨਾ ਕੋਈ ਫੈਸਲਾ ਲੈਣਾ ਪਏਗਾ, ਕਿਉਂਕਿ ਜਨਤਾ ਦਾ ਨੁਕਸਾਨ ਹੋ ਰਿਹਾ ਹੈ। ਹੁਣ ਹਰ ਵਿਅਕਤੀ ਆ ਕੇ ਕਹਿ ਰਿਹਾ ਕਿ ਭਾਈ ਹੁਣੇ ਪੱਕਾ, ਕਿਉਂਕਿ ਇਹ ਨੋਟੀਫਿਕੇਸ਼ਨ ਹੁੰਦਾ, ਸਮਾਂ ਘੱਟ ਹੈ। ਠੀਕ ਹੈ, ਪਰਮਾਤਮਾ ਕਿਰਪਾ ਕਰੇ, ਸਰਕਾਰ ਆਵੇ ਦੁਬਾਰਾ ਤੇ ਟਾਈਮ ਮਿਲੇਗਾ ਤਾਂ ਤੁਹਾਨੂੰ ਉਹਦੇ ਤੇ ਵੀ ਗੌਰ ਫਰਮਾ ਕੇ ਅੱਗੇ ਚਲਾ ਲਾਂਗੇ ਕੰਮ। ਐਤਕੀ ਵੀ ਕੋਸ਼ਿਸ਼ ਕਰ ਰਹੇ ਹਾਂ, ਨਿਰੰਤਰ ਕੋਸ਼ਿਸ਼ ਜਾਰੀ ਹੈ। ਪਰ ਇਹਦਾ ਮਤਲਬ ਇਹ ਨਹੀਂ ਬੱਚਿਆਂ ਦੇ ਐਗਜ਼ਾਮਸ ਹੈ, ਲੋਕਾਂ ਦੇ ਐਗਜ਼ਾਮ ਹੈ, ਕੋਈ ਟੈਸਟ ਤੇ ਜਾ ਰਿਹਾ, ਕੋਈ ਇੰਟਰਵਿਊ ਤੇ ਜਾ ਰਿਹਾ, ਤੁਸੀਂ ਬੱਸਾਂ ਬੰਦ ਕਰ ਦਿੱਤੀਆਂ ਧੱਕੇ ਨਾਲ। ਅਸੀਂ ਮੂਕ ਦਰਸ਼ਕ ਬਣ ਕੇ ਤੁਹਾਡੇ ਨਾਲ ਨਹੀਂ ਵੇਖ ਰਹੇ ਹਾਂ ਕਿ ਇਹ ਕੁਝ ਕਰਨਗੇ। ਤੇ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ 1500 ਬੰਦੇ ਪਿੱਛੇ ਸਾਰੇ ਭਰਾ ਉਹਨਾਂ ਦਾ ਸਾਥ ਦੇ ਰਹੇ ਹੋ, ਲੇਕਿਨ ਲੱਖਾਂ ਬੰਦਾ ਅੱਜ ਖਰਾਬ ਹੋ ਰਿਹਾ ਹੈ। ਧਰਨਾ ਲਾਉਣਾ ਉਹਨਾਂ ਦਾ ਹੱਕ ਹੈ, ਲਾ ਲੈਣ। ਉਹਨਾਂ ਦਾ ਆਵਾਜ਼ ਬੁਲੰਦ ਕਰਨ ਦਾ ਹੱਕ ਹੈ, ਉਹ ਲਾ ਲੈਣ। ਲੇਕਿਨ ਇਹ ਕਿਸੇ ਦਾ ਫਰਜ਼ ਨਹੀਂ ਬਣਦਾ ਉਹ ਬੱਸ ਹੀ ਨਾ ਚੱਲਣ ਦੇਣ। ਉਹ ਬੱਸ ਹੀ ਨਹੀਂ ਚੱਲਣ ਦਿੰਦੇ। ਸਾਡੇ ਕੋਲੇ ਬੰਦੇ ਆ, ਉਹ ਚਲਾਉਣਾ ਚਾਹੁੰਦੇ ਆ ਬੱਸ, ਲੇਕਿਨ ਇਹ ਕਹਿੰਦੇ ਨਹੀਂ ਅਸੀਂ ਬੱਸ ਕੱਢਣ ਹੀ ਨਹੀਂ ਦੇਣੀ। ਇਹ ਬਿਲਕੁਲ ਧੱਕਾ ਤੇ ਜ਼ਾਸਤੀ ਹੈ। ਮੈਂ ਬੇਨਤੀ ਕਰਾਂਗਾ ਦੁਬਾਰਾ ਫੇਰ PRTC ਤੇ ਪਨਬਸ ਤੇ तमाम ਸਾਡੇ ਭਰਾਵਾਂ ਨੂੰ ਕਿ ਬੱਸਾਂ ਚੱਲਣ ਦਿਓ। ਫਿਰ ਕੱਲ ਨੂੰ ਤੁਸੀਂ ਇਹ ਨਾ ਕਿਹੋ ਜੋ ਵੀ ਕੋਈ ਐਸਾ ਸਖਤ ਕਦਮ ਸਰਕਾਰ ਨੇ ਚੁੱਕਿਆ, ਕਿਉਂਕਿ ਇਸ ਤਰ੍ਹਾਂ ਤਾਂ ਫਿਰ ਗੱਲ ਬਣਨੀ ਨਹੀਂ ਨਾ। ਜਿਹੜਾ ਮਰਜ਼ੀ ਬੰਦਾ ਜਦੋਂ ਮਰਜ਼ੀ ਜਿਹੜਾ ਮਰਜ਼ੀ ਚੀਜ਼ ਬੰਦ ਕਰਕੇ ਬਹਿ ਜੇ। ਸੋ ਸਾਡਾ ਨੁਕਸਾਨ ਹੋ ਰਿਹਾ। ਕੱਲ ਨੂੰ ਫਿਰ ਇਸ ਗੱਲ ਦਾ ਉਲਾਂਭਾ ਨਾ ਦਿਓ ਜੋ, ਕਿਉਂਕਿ 7 ਦਿਨ ਪੂਰੇ ਹੋ ਚੁੱਕੇ ਆ। ਤੁਹਾਨੂੰ ਨੋਟਿਸਿਸ ਵੀ ਦਿੱਤੇ ਆ। ਸਰਕਾਰ ਦਾ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਪਰ ਪਬਲਿਕ ਪਰੇਸ਼ਾਨ ਹੈ। ਸਰਕਾਰ ਦਾ ਨੁਕਸਾਨ ਤਾਂ ਚਲੋ ਚੱਲਿਆ ਜਾਏਗਾ, ਲੇਕਿਨ ਪਬਲਿਕ ਬਹੁਤ ਪਰੇਸ਼ਾਨ। ਸੋ ਮੈਂ ਤੁਹਾਡੇ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕਰਨਾ ਚਾਹੁੰਦਾ। ਦੁਬਾਰਾ ਫਿਰ ਬੇਨਤੀ ਕਰੂੰਗਾ ਕਿ ਤੁਸੀਂ ਵਾਪਸ ਆ ਜਾਓ ਹੜਤਾਲ ਤੋਂ ਤੇ ਬੈਠ ਕੇ ਮੇਰੇ ਨਾਲ ਗੱਲ ਕਰ ਲਓ ਜਿਹੜੀ ਕਰਨੀ ਹੈ। ਮੈਂ ਹਮੇਸ਼ਾ ਤੁਹਾਨੂੰ ਸਮਾਂ ਦਿੱਤਾ ਹੈ, ਹਮੇਸ਼ਾ ਤੁਹਾਨੂੰ ਮਿਲਦਾ ਹੈ, ਪਰ ਤੁਸੀਂ ਬੇਜਦੋਂ ਵੀ ਸਾਡੇ ਨਾਲ ਗੱਲ ਕਰਨ ਲਈ ਤਿਆਰ ਹੀ ਨਹੀਂ। ਸੋ ਅੱਜ ਮੈਂ ਕਾਫੀ ਜਗ੍ਹਾ ਤੇ ਦੇਖਿਆ ਕਿ ਜਨਤਾ ਪਰੇਸ਼ਾਨ। ਮਜਬੂਰਨ ਤੌਰ ਤੇ ਸਾਨੂੰ ਕੋਈ ਸਖਤ ਕਦਮ ਚੁੱਕਣਾ ਪਏਗਾ ਔਰ ਫਿਰ ਤੁਸੀਂ ਸਾਰੀ ਉਮਰ ਇਹ ਗੱਲ ਕਹੋਗੇ ਕਿ ਇਹ ਸਖਤ ਕਦਮ ਚੁੱਕਿਆ ਗਿਆ। ਸੋ ਮੇਰੀ ਹੱਥ ਜੋੜ ਕੇ ਤੁਹਾਨੂੰ ਭਰਾਵਾਂ ਨੂੰ ਬੇਨਤੀ ਹੈ, ਕਿਰਪਾ ਕਰਕੇ ਸਾਰੇ ਲੋਕ ਆਪਦੇ ਕੰਮਾਂ ਕਾਰਾਂ ਤੇ ਲੌਟੋ, ਵਾਪਸ ਪਹੁੰਚੋ ਤੇ ਸਰਕਾਰ ਤੁਹਾਡੇ ਬਾਰੇ ਚੰਗਾ ਹੀ ਸੋਚ ਰਹੀ ਹੈ ਔਰ ਚੰਗਾ ਹੀ ਕਰੇਗੀ। ਤੁਹਾਡਾ ਸਾਰਿਆਂ ਦਾ ਧੰਨਵਾਦ। ਔਰ ਜਨਤਾ ਤੋਂ ਮੈਂ ਮਾਫੀ ਮੰਗਦਾ ਜਿਹੜੀ ਜਨਤਾ ਪਰੇਸ਼ਾਨ ਹੋ ਰਹੀ ਹੈ, ਪਰ ਇਹਦੇ ਵਿੱਚ ਕਸੂਰ ਨਹੀਂ ਹੈ। ਇੱਕ ਤਾਂ ਇਲੈਕਸ਼ਨ ਹੈ, ਲੋਕਾਂ ਨੂੰ ਲੱਗਦਾ ਕਿ ਸਾਰੇ ਡਿਪਾਰਟਮੈਂਟ ਸਟ੍ਰਾਈਕ ਤੇ ਹੈ ਕਿ ਬਹਿ ਜਾਓ, ਜਿਹੜਾ ਕੁਝ ਹੋਣਾ ਹੁਣੇ ਹੋ ਸਕਦਾ ਹੈ, ਬੈਠ ਜਾਓ, ਕੰਮ ਨਾ ਕਰੋ, ਆ ਵੀ ਚੀਜ਼ ਮੰਗੋ, ਆ ਵੀ ਚੀਜ਼ ਮੰਗੋ। ਕੁਝ ਤਾਂ ਜੈਨੂਅਨ ਡਿਮਾਂਡਸ ਵੀ ਹੈ ਲੋਕਾਂ ਦੀਆਂ, ਲੇਕਿਨ ਕੁਝ ਇਨਜੈਨੂਅਨ ਡਿਮਾਂਡਸ ਵੀ ਹੈ ਜਿਹੜੀਆਂ ਕਿ ਸਰਕਾਰਾਂ ਪੂਰੀਆਂ ਨਹੀਂ ਕਰ ਸਕਦੀਆਂ। ਉਹ ਧੱਕੇਸ਼ਾਹੀ ਹੈ ਵੀ ਚਲੋ ਥਾਂ ਰੋਕ ਲਓ, ਚੱਕਾ ਜਾਮ ਕਰ ਦਿਓ, ਫਲਾਂ ਕਰ ਲਓ। ਸੋ ਮੈਂ ਬੇਨਤੀ ਕਰੂੰਗਾ ਕਿ ਮੇਰੇ ਭਰਾਵਾਂ ਨੂੰ, ਵੀਰਾਂ ਨੂੰ, तमाम यूनियन ਦੇ ਸਾਥੀਆਂ ਨੂੰ ਕਿ ਉਹ ਕਿਰਪਾ ਕਰਕੇ ਜਨਤਾ ਦੇ ਵਾਸਤੇ ਉਹ ਕੰਮਕਾਰ ਤੇ ਵਾਪਸ ਆ ਜਾਣ। ਤੁਹਾਡਾ ਬਹੁਤ ਬਹੁਤ ਧੰਨਵਾਦ।